जहाँ लिखा गया था कि हामान फिरौन के अंडर काम करता था और वो कंस्ट्रक्शन डिपार्टमेंट का इंचार्ज था, एग्जैक्टली जैसा कि कुरान ने फरमाया था। सीक्रेट नंबर 1, तो आप ये जानकर हैरान हो जाओगे। ये है चांद के ऑर्बिट की फोटो जिसे मून एनालिमा कहते हैं। इस फोटो में दिखाया गया है कि किस तरह चांद डिफरेंट फेजेस में ऑर्बिट करता है। इन फेजेस को कंबाइन करके इस फोटो में दिखाया है। ये बिल्कुल खजूर की पुरानी शाख की तरह नजर आ रहा है, जैसा कि अल्लाह ने कुरान में फरमाया है कि जब इस ड्रिंक में पानी ऐड किया जाता है तो अल्कोहल और पानी के दरमियान एक इमल्शन बनता है, जिसकी वजह से ये दूध की तरह सफेद हो जाती है। लेकिन कमाल की बात यह है कि कुरान में ये लोग ठोड़ी के बल सजदा करते थे, जिसके बारे में लोगों का कहना था कि कुरान में यहाँ गलती की गई है। ये है वो कुरान की आयत, वो ठोड़ी के बल सजदे में गिर पड़ते हैं। इस आयत में बयान किया है कि लोग अपनी ठोड़ी के बल सजदा करते थे, लेकिन इसे झूठा कहने वालों का मानना था कि लोग हमेशा से सिर के बल सजदा करते थे, न कि ठोड़ी के बल। लेकिन जैसा कि अल्लाह ने कुरान में फरमाया है कि यह कुरान हमने उतारा है और हम ही इसकी हिफाजत करेंगे। इसके बाद आर्कियोलॉजिस्ट्स को इजिप्ट में ऐसी फाइंडिंग्स मिली जिससे ये प्रूव हो गया कि एंशिएंट टाइम में लोग ठोड़ी के बल सजदा करते थे। इसी तरह अल्लाह ने इन लोगों को झूठा साबित कर दिया। और मोहब्बत की हुंदी चले जी नू जी हुंदी। ਵੈਲਕਮ ਬੈਕ ਟੂ ਦਾ ਚੈਨਲ ਗਾਇਸ, ਕੀ ਹਾਲ ਚਾਲ? ਠੀਕ ਠਾਕ ਹੋ ਜੀ? ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਚੀਜ਼ ਦੇਖਾਂਗੇ। ਕੁਰਾਨ ਦੇ ਵਿੱਚ ਕੁਝ ਇਹੋ ਜੀਆਂ 10 ਇਹੋ ਜੀਆਂ ਗੱਲਾਂ ਜਿਹੜੀਆਂ ਕਿ ਸੀਕ੍ਰੇਟ ਹੈ, ਹਿਡਨ ਸੀਕ੍ਰੇਟ, ਠੀਕ ਹੈ। ਪਰ ਜਦੋਂ ਉਹ ਸਾਹਮਣੇ ਆਏ ਤਾਂ ਉਹਨਾਂ ਨੇ ਰਿਵੀਲ ਕੀਤਾ ਕਿ ਬਈ ਇਹ ਤਾਂ ਬਹੁਤ ਵੱਡਾ ਖਜ਼ਾਨਾ ਹੈ। ਤੇ ਇਹੋ ਜਿਹੀਆਂ ਹੋਰ ਵੀ ਗੱਲਾਂ ਆਪਾਂ ਅੱਗੇ ਵੀ ਜੋ ਹਿਡਨ ਫੈਕਟਸ ਹੈ ਕੁਰਾਨ ਦੇ, ਪਾਕ ਕੁਰਾਨ ਦੇ, ਉਹ ਆਪਾਂ ਦੇਖੇ ਆ, ਸੁਣੇ ਆ, ਸਮਝੇ ਆ, ਵਿਚਾਰੇ ਆ, ਠੀਕ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਵੀ ਉਹੀ ਚੀਜ਼ ਦੇਖਾਂਗੇ, ਕਿਉਂਕਿ ਬਹੁਤ ਸਾਰੀ ਜਿਹੜੀ ਆਪਣੀ ਆਡੀਅנס ਹੈ ਉਹ ਮੁਸਲਿਮ ਕਮਿਊਨਿਟੀ ਤੋਂ ਹੈ, ਠੀਕ ਹੈ। ਅਤੇ ਜਦੋਂ ਇੱਕ ਸਿੱਖ ਇਹਨਾਂ ਚੀਜ਼ਾਂ 'ਤੇ ਰਿਐਕਟ ਕਰਦਾ ਤਾਂ ਉਹਨਾਂ ਨੂੰ ਵਧੀਆ ਲੱਗਦਾ। ਐਂਡ ਐਜ਼ ਅ ਨੋਨ ਮੁਸਲਿਮ ਮੈਨੂੰ ਵੀ ਇਹ ਚੀਜ਼ ਵਧੀਆ ਲੱਗਦੀ ਹੈ ਕਿ ਮੈਂ ਕਿਸੇ ਦੂਜੇ ਧਰਮ ਨੂੰ ਐਕਸਪਲੋਰ ਕਰ ਰਿਹਾ, ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਜੋ ਉਹਦੇ ਵਿੱਚ ਲਿਖਿਆ, ਜੋ ਉਹ ਧਰਮ ਦੀ ਜੋ ਬੁਨਿਆਦ ਹੈ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਠੀਕ ਹੈ। ਕਿਉਂਕਿ ਮੈਂ ਜੋ ਸਿੱਖ ਧਰਮ ਦੇ ਵਿੱਚ ਛੋਟੇ ਹੁੰਦੇ ਤੋਂ ਚੀਜ਼ਾਂ ਸਿੱਖੀਆਂ ਉਹ ਹੈ ਨਾ, ਉਹਨਾਂ 'ਤੇ ਅਸੀਂ ਮਤਲਬ ਆਪਣੀ ਜ਼ਿੰਦਗੀ ਜਿਉਂ ਰਹੇ ਹਾਂ, ਲਾਈਫ ਸਟਾਈਲ ਸਾਡਾ ਉੱਦਾਂ ਦਾ ਹੀ ਹੈ, ਠੀਕ ਹੈ। ਅਤੇ ਜਦੋਂ ਮੈਂ ਇਸਲਾਮ ਨੂੰ ਇਸ ਤਰੀਕੇ ਨਾਲ ਦੇਖਦਾ, ਐਕਸਪਲੋਰ ਕਰ ਰਿਹਾ, ਰਿਸਰਚ ਕਰ ਰਿਹਾ, ਠੀਕ ਹੈ, ਤਾਂ ਮੈਨੂੰ ਪਤਾ ਲੱਗਦਾ ਕਿ ਅੱਛਾ ਇਹਦੇ 'ਚ ਵੀ ਉਹੀ ਚੀਜ਼ਾਂ ਹੀ ਆ ਯਾਰ, ਮਤਲਬ ਇੱਕ ਲਾਈਫ ਸਟਾਈਲ ਉਹੀ ਦੱਸਿਆ ਗਿਆ ਜਿਹੜਾ ਸਿੱਖਾਂ ਦੇ ਵਿੱਚ ਦੱਸਿਆ ਗਿਆ। ਹਾਲਾਂਕਿ ਹਰ ਧਰਮ ਦੇ ਵਿੱਚ ਸੇਮ ਗੱਲ ਹੀ ਕੀਤੀ ਜਾਂਦੀ ਹੈ, ਪਰ ਉਹਨੂੰ ਦੱਸਣ ਦਾ ਨਜ਼ਰੀਆ ਬਦਲ ਜਾਂਦਾ, ਉਹਨੂੰ ਇੰਪਲੀਮੈਂਟ ਕਰਨ ਦਾ ਨਜ਼ਰੀਆ ਬਦਲ ਜਾਂਦਾ, ਠੀਕ ਹੈ। ਪਰ ਗੱਲ ਲਗਭਗ ਹਰ ਧਰਮ ਦੇ ਵਿੱਚ ਸੇਮ ਹੀ ਹੁੰਦੀ ਹੈ। ਉਹ ਜਿਵੇਂ ਜਿਵੇਂ ਅੱਗੇ ਲੋਕ ਆਉਂਦੇ ਹੈ ਨਾ, ਤਾਂ ਉਹ ਆਪਣੀਆਂ ਇਨਪੁਟ ਉਹਦੇ ਵਿੱਚ ਪਾਉਂਦੇ ਰਹਿੰਦੇ ਆ, ਅਤੇ ਉਹਦੇ ਵਿੱਚ ਕੁਝ ਨਾ ਕੁਝ ਜਿਹੜੀ ਮਿਲਾਵਟ ਆ ਉਹ ਹੁੰਦੀ ਰਹਿੰਦੀ ਹੈ। ਅਤੇ ਸਾਡੇ ਤੱਕ ਜਦੋਂ ਗੱਲ ਪਹੁੰਚਦੀ ਹੈ ਤਾਂ ਉਹ ਅਸਲ ਗੱਲ ਨਾਲੋਂ ਕਾਫੀ ਡਿਫਰੈਂਟ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਆਪਾਂ ਆਮ ਇਨਸਾਨਾਂ ਨਾਲ ਹੋ ਜਾਂਦੀਆਂ ਕਿ ਮੰਨ ਲਓ ਮੈਂ ਤੁਹਾਨੂੰ ਕੋਈ ਗੱਲ ਦੱਸੀ ਤਾਂ ਤੁਸੀਂ ਉਹੀ ਗੱਲ 10 ਦਿਨ ਬਾਅਦ ਆਪਣੇ ਕਿਸੇ ਫਰੈਂਡ ਨੂੰ ਦੱਸੀ, ਪਰ ਜਦੋਂ ਉਹ ਤੁਸੀਂ ਦੱਸੀ ਨਾ ਉਹਦੇ 'ਚ ਹਲਕਾ ਜਿਹਾ ਕੁਛ ਐਡ ਔਨ ਕਰਤਾ ਆਪਦੇ ਵੱਲੋਂ। ਐਂਡ ਇਹ ਮੈਂ ਇਹ ਨਹੀਂ ਕਹਿ ਰਿਹਾ ਕਿ ਜਾਣ ਕੇ ਕੀਤਾ, ਮਤਲਬ ਇਹ ਸੁਭਾਵਿਕ ਆ, ਇਨਸਾਨੀ ਫਿਤਰਤ ਆ, ਹੋ ਜਾਂਦਾ। ਤਾਂ ਤੁਹਾਡੇ ਉਸ ਦੋਸਤ ਨੇ ਅੱਗੋਂ ਕਿਸੇ 4 ਬੰਦਿਆਂ ਨੂੰ ਗੱਲ ਦੱਸੀ ਉਹ ਥੋੜ੍ਹੇ ਦਿਨਾਂ ਬਾਅਦ, ਤਾਂ ਉਹਨੇ ਕੁਝ ਥੋੜ੍ਹਾ ਜਿਹਾ ਮਿਰਚ ਮਸਾਲਾ ਹੋਰ ਐਡ ਕਰਤਾ। ਤਾਂ ਜਦੋਂ ਉਹ 4 ਬੰਦਿਆਂ ਨੇ ਅੱਗੇ ਜਾ ਕੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਦੱਸੀਆਂ ਗੱਲਾਂ, ਤਾਂ ਉਹਨਾਂ ਨੇ ਵੀ ਥੋੜ੍ਹਾ ਮਿਰਚ ਮਸਾਲਾ ਐਡ ਕਰਤਾ। ਤਾਂ ਇਹ ਜਿਹੜੀ ਲੜੀ ਹੈ ਨਾ, ਜਿਹੜੀ ਇਹ ਚੇਨ ਬਣਦੀ ਹੈ, ਜਦੋਂ ਇਹ ਪੀਕ 'ਤੇ ਪਹੁੰਚ ਜਾਂਦੀ ਹੈ ਤਾਂ ਉਹ ਜਿਹੜੀ ਅਸਲ ਗੱਲ ਸੀ ਉਹ ਗੱਲ ਤਾਂ ਰਹੀ ਨਹੀਂ, ਹੁਣ ਤਾਂ ਗੱਲ ਹੀ ਸਾਰੀ ਚੇਂਜ ਹੋ ਗਈ। ਸੋ ਇਹ ਚੀਜ਼ਾਂ ਹੁੰਦੀਆਂ, ਇਤਿਹਾਸ ਨਾਲ ਵੀ ਇੱਦਾਂ ਹੀ ਹੁੰਦੀਆਂ, ਠੀਕ ਹੈ। ਤੁਸੀਂ ਮੰਨੋ ਜਾਂ ਨਾ ਮੰਨੋ, ਇਸੇ ਕਰਕੇ ਕਹੀਦਾ ਕਿ ਜਿਹੜੇ ਧਾਰਮਿਕ ਜੋ ਸਕ੍ਰਿਪਚਰਸ ਆ, ਠੀਕ ਹੈ, ਜੋ ਗ੍ਰੰਥ ਆ, ਜਿਹੜੇ ਵੀ ਮਰਜ਼ੀ ਧਰਮ ਦੇ, ਜੋ ਉਹਨਾਂ ਦੇ ਵਿੱਚ ਜੋ ਲਿਖਿਆ ਨਾ, ਬਸ ਉਹਦੇ 'ਤੇ ਯਕੀਨ ਕਰੋ। ਜਿਹੜੀਆਂ ਹੋਰ ਸਟੋਰੀਆਂ ਬਣਾ ਲਿਖੀਆਂ ਹੋਈਆਂ ਉਹਨਾਂ 'ਤੇ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰ ਸਕਦੇ, ਵੀ ਕਿਉਂਕਿ ਉਹ ਕਿਤਾਬਾਂ 'ਚ ਲਿਖੀਆਂ ਨਹੀਂ। ਹੋ ਸਕਦਾ ਅੱਜ ਤੋਂ 100 ਸਾਲ ਪਹਿਲਾਂ ਵੀ ਕਿਸੇ ਨੇ ਕਿਤਾਬ ਦੇ ਵਿੱਚ ਝੂਠ ਹੀ ਲਿਖਿਆ ਹੋਵੇ, ਉਹਦੀ ਪੁਸ਼ਟੀ ਕੌਣ ਕਰੂਗਾ? ਕੌਣ ਜਾਊਗਾ 100 ਸਾਲ ਪਿੱਛੇ, ਠੀਕ ਹੈ। ਸੋ ਮੇਨ ਗੱਲ ਇਹ ਹੈ ਕਿ ਮੰਨ ਲਓ ਕੁਰਾਨ, ਗੁਰੂ ਗ੍ਰੰਥ ਸਾਹਿਬ, ਰਿਗਵੇਦ, ਚਾਰੇ ਵੇਦ, ਭਗਵਤ ਗੀਤਾ, ਰਾਮਾਇਣ, ਹੈ ਨਾ, ਇਹ ਜਿਹੜੇ ਧਾਰਮਿਕ ਗ੍ਰੰਥ ਹਨ ਜਿਹੜੇ ਬਹੁਤ ਪੁਰਾਣੇ ਹੈ, ਜਿਨ੍ਹਾਂ ਦੇ ਵਿੱਚ ਅੱਜ ਤੱਕ ਕੋਈ ਛੇੜਛਾੜ ਨਹੀਂ ਹੋਈ, ਇਹਨਾਂ 'ਤੇ ਤੁਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਸਕਦੇ ਹੋ। सो आओ आज की वीडियो देखते हैं। कुरान में एक हामान नामी इंसान का जिक्र आया है जो कि फिरौन के मिनिस्टर में से एक मिनिस्टर था। हामान लफ्ज कुरान में 6 बार आया है। कुरान कहता है कि फिरौन ने हामान को एक टावर बिल्ड करने का हुक्म दिया था। इसी हामान नामी इंसान का जिक्र बाइबल में भी है, लेकिन बाइबल में बताया गया है कि हामान फिरौन के अंडर नहीं बल्कि एक बादशाह के अंडर काम करता था। वही गल हुई ना जिहड़ी मैं तुहानूं दस्सी सी।
जो कि फिरौन से 1000 साल बाद बेबीलोनियन में रहता था, न कि इजिप्ट में। कैथोलिक स्कॉलर्स ने नबी अलैहिस्सलाम पर इल्जाम लगाया है कि ये सब कुछ नबी अलैहिस्सलाम ने इनकी किताबों से कॉपी किया है, लेकिन आखिर वो गलत निकले। लेट 1800s में इजिप्शियन हायरोग्लिफ्स लैंग्वेज को फ्रेंच और जर्मन स्कॉलर्स के जरिए रिवाइव किया गया, जो कि नबी अलैहिस्सलाम से भी 2000 साल पहले मौजूद थी। इस स्टडी को इजिप्टोलॉजी भी कहते हैं। जब जर्मनी जाकर डिफरेंट आर्किटेक्ट्स, कंस्ट्रक्टर्स और मिनिस्टर्स के नामों को देखा गया तो इनमें एक मिनिस्टर का नाम हामान था। इस नाम को 1900s में डिस्कवर किया गया और इसका स्टैचू ऑस्ट्रिया में भी है। यहाँ लिखा गया था कि हामान फिरौन के अंडर काम करता था और वो कंस्ट्रक्शन डिपार्टमेंट का इंचार्ज था, एग्जैक्टली जैसा कि कुरान ने फरमाया था। सीक्रेट नंबर 1, कुरान की इस सूरा में चांद से रिलेटेड एक राज छुपा है। इस सूरा में फरमाया है कि अल्लाह ने चांद के लिए कुछ फेजेस मुकर्रर किए हैं, जिन फेजेस में वो ट्रैवल करता है, और इसके बाद ये खजूर की पुरानी शाख की तरह नजर आता है, जैसा कि अल्लाह ने कुरान में फरमाया है। और चांद के लिए हमने मंजिलें मुकर्रर की हैं, यहाँ तक कि वो खजूर की पुरानी शाख जैसा हो जाता है। अब आप ये जानकर हैरान हो जाओगे, ये है चांद के ऑर्बिट की फोटो, जिसे मून एनालेमा कहते हैं। इस फोटो में दिखाया गया है कि किस तरह चांद डिफरेंट फेजेस में ऑर्बिट करता है। इन फेजेस को कंबाइन करके इस फोटो में दिखाया है। ये बिल्कुल खजूर की पुरानी शाख की तरह नजर आ रहा है, जैसा कि अल्लाह ने कुरान में फरमाया है। सीक्रेट नंबर 2, आप जब पहाड़ों को देखते हो तो आपको तो यही लगता है कि ये बड़ी मजबूती के साथ एक जगह खड़े हैं, लेकिन कुरान की इस सूरा में अल्लाह ने फरमाया है कि पहाड़ हर वक्त हरकत करते रहते हैं और तू पहाड़ों को देखेगा, इन्हें जमे हुए ख्याल करेगा, हालांकि वो बादल के चलने की तरह चल रहे होंगे। ये उस अल्लाह की कारीगरी है जिसने हर चीज को मजबूत किया है। बेशक वो तुम्हारे कामों से खबरदार है। हाल ही में एक रिसर्च की गई थी जिससे पता चला कि पहाड़ असल में हर वक्त मूव करते रहते हैं, जिसे सीज्मिक रिथम्स कहा जाता है। ये पहाड़ जमीन से जो सीज्मिक एनर्जी जनरेट होती है, इससे वाइब्रेट करते हैं, लेकिन ये सब बहुत ही छोटे लेवल पर होता है। सीक्रेट नंबर 3, ये जो शराब आप देख रहे हो, इसका नाम ऊजो है, जो कि ग्रीस में काफी ज्यादा पी जाती है। इस शराब में अगर आप क्रिस्टल क्लियर पानी ऐड करोगे तो ये दूध की तरह सफेद हो जाएगी। इस इफेक्ट को ऊजो इफेक्ट कहा जाता है। ऐसा इसलिए होता है क्योंकि जब इस ड्रिंक में पानी ऐड किया जाता है तो अल्कोहल और पानी के दरमियान एक इमल्शन बनता है, जिसकी वजह से ये दूध की तरह सफेद हो जाती है। लेकिन कमाल की बात यह है कि कुरान में इसी तरह की सफेद शराब के बारे में बताया गया है। खालिस शराब के जाम के उन पर दौर होंगे, सफेद रंग की शराब होगी, पीने वालों के लिए लज्जत बख्श होगी। सीक्रेट नंबर 4, कुरान की इस सूरा में अच्छा, मैं ना ਅੱਗੇ ਇਹ ਗੱਲ ਬੜੀ ਹੈਰਾਨ ਕਰ ਦੇਣ ਵਾਲੀ ਆ ਬਾਕੀ ਕਿ ਕੁਰਾਨ ਦੇ ਵਿੱਚ ਆ ਚੀਜ਼ ਲਿਖੀ ਹੋਈ ਹੈ ਕਿ ਸਫੇਦ ਸ਼ਰਾਬ ਹੋਊਗੀ, ਹਨਾ, ਤੇ ਉਹ ਹੁਣ ਬਾਅਦ ਵਿੱਚ ਇੰਨੇ ਸਾਲਾਂ ਬਾਅਦ ਜਾ ਕੇ ਪਤਾ ਲੱਗਾ ਕਿ ਹਾਂ ਇਹ ਸ਼ਰਾਬ ਬਣਦੀ ਹੈ ਪਾਣੀ ਦੇ ਵਿੱਚ ਮਿਕਸ ਕਰਕੇ। ਤਾਂ ਦੇਖੋ ਇਹ ਗੱਲਾਂ ਐਵੇਂ ਨਹੀਂ ਗੀਆਂ, ਠੀਕ ਹੈ, ਇਹ ਗੱਲਾਂ ਐਵੇਂ ਨਹੀਂ ਗੀਆਂ, ਇਹ ਨਾ ਹੀ ਕਿਸੇ ਇੱਕ ਧਰਮ ਦੀ ਗੱਲ ਹੈ। ਇਹ ਜਿੰਨੇ ਵੀ ਪੁਰਾਣੇ ਲੋਕ ਸੀ ਨਾ, ਜਿਹੜੇ ਮਰਜ਼ੀ ਧਰਮ ਤੋਂ ਸੀ, ਉਹਨਾਂ ਦਾ ਲਾਈਫ ਸਟਾਈਲ ਉਹੀ ਸੀਗਾ। ਤੁਸੀਂ ਕਹਿ ਲਓ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਅੱਜ ਆਪਾਂ ਨੂੰ ਚਮਤਕਾਰ ਲੱਗਦੀਆਂ ਪਈਆਂ ਨਾ, ਉਹਨਾਂ ਵਾਸਤੇ ਹੋ ਸਕਦਾ ਉਹ ਆਮ ਗੱਲਾਂ ਹੋਣ। ਆਪਾਂ ਨੂੰ ਨਹੀਂ ਪਤਾ ਕਿ ਅੱਜ ਤੋਂ 10,000 ਸਾਲ ਪਹਿਲਾਂ ਕਿਹੋ ਜਿਹੇ ਲੋਕ ਰਹਿੰਦੇ ਸੀ। ਇਹ ਅਨੁਮਾਨ ਹੈ, ਜਿੰਨੀਆਂ ਵੀ ਆਪਾਂ ਗੱਲਾਂ ਸੁਣਦੇ ਆ ਨਾ ਪੋਡਕਾਸਟਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਜੋ ਲਿਖਿਆ, ਉਹ ਸਭ ਅਨੁਮਾਨ ਹੈ, ਇਮੈਜੀਨੇਸ਼ਨਸ ਹੈ ਕਿ ਉਦੋਂ ਆਏ ਹੋਇਆ ਹੋ ਸਕਦਾ ਹੈ। ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਆ ਪਿਰਾਮਿਡਸ, ਠੀਕ ਹੈ, ਵੀ ਪਿਰਾਮਿਡ ਕਿਹਨੇ ਬਣਾਏ ਆ? ਐਡੇ ਭਾਰੇ ਭਾਰੇ ਪੱਥਰ ਚੱਕ ਕੇ ਕਿਵੇਂ ਲਿਆਏ? ਕਿਹੜੀਆਂ ਉਦੋਂ ਕਰੇਨਾਂ ਸੀ, ਕਿਹੜੀਆਂ ਉਦੋਂ ਵੱਡੇ ਵੱਡੇ ਮਸ਼ੀਨਰੀ ਸੀ ਜਿਹੜੇ ਉਹ ਚੱਕ ਕੇ ਲਿਆਏ, ਠੀਕ ਹੈ, ਕਿਉਂਕਿ ਬੰਦਿਆਂ ਦੇ ਵਿੱਚ ਤਾਂ ਇੰਨੀ ਤਾਕਤ ਹੈ ਨਹੀਂ। ਪਰ ਕੁਛ ਨਹੀਂ ਪਤਾ, ਇਹ ਵੀ ਹੋ ਸਕਦਾ ਕਿ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਜਿਹੜਾ ਦੁਨੀਆ ਦੇ ਜੀਵਨ ਆ ਉਹ ਬਹੁਤ ਹੀ ਐਡਵਾਂਸ ਹੋਵੇ, ਵੀ ਆਪਾਂ ਨੂੰ ਆਹੀ ਐਡਵਾਂਸ ਲੱਗਣ ਡਿਆ ਨਾ, ਵੀ ਆ ਕੈਮਰਾ, ਮਾਈਕ ਤੇ ਡਿਜੀਟਲਾਈਜ਼ ਹੋ ਗਿਆ ਸਾਰਾ ਕੁਛ। ਆਪਾਂ ਨੂੰ ਲੱਗਦਾ ਕਿ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ, ਰੋਬੋਟ ਆ ਗਏ, ਆਪਾਂ ਨੂੰ ਲੱਗਦਾ ਬਹੁਤ ਐਡਵਾਂਸ ਹੋ ਗਿਆ। ਕੁਝ ਪਤਾ ਨਹੀਂ, ਹੋ ਸਕਦਾ ਹੈ ਜਿਹੜਾ ਪਹਿਲਾਂ ਸਿਵਲਾਈਜੇਸ਼ਨ ਸੀ ਉਹ ਆਪਣੇ ਤੋਂ ਬਹੁਤ ਹੀ ਜ਼ਿਆਦਾ ਐਡਵਾਂਸ ਹੋਵੇ, ਬਹੁਤ ਜ਼ਿਆਦਾ, ਐਂਡ ਉਹਨਾਂ ਨੇ ਕੋਈ ਇੱਦਾਂ ਦੀ ਚੀਜ਼ ਅਚੀਵ ਕਰ ਲਈ ਹੋਵੇ ਕਿ ਜਿਹੜੀ ਆਪਾਂ ਅਚੀਵ ਕਰ ਹੀ ਨਹੀਂ ਪਾਏ ਹਜੇ ਤੱਕ, ਆਪਾਂ ਸੋਚ ਵੀ ਨਹੀਂ ਪਾਏ। ਅਚੀਵ ਕਰਨ ਦਾ ਡਿਫਰੈਂਟ ਗੱਲ ਹੋ ਗਈ, ਵੀ ਸੋਚ ਹੀ ਨਹੀਂ ਪਾਏ ਆਪਾਂ, ਠੀਕ ਹੈ। ਜੋ ਆਪਾਂ ਅੱਜ ਕੱਲ੍ਹ ਗੱਲਾਂ ਸੁਣਦੇ ਹਾਂ, ਟਾਈਮ ਟਰੈਵਲ ਜਾਂ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ 'ਤੇ ਸਫ਼ਰ ਕਰਨਾ, ਹੋ ਸਕਦਾ ਉਹਨਾਂ ਨੇ ਉਹ ਚੀਜ਼ਾਂ ਪਾ ਲਈਆਂ ਹੋਣ।
ਮਤਲਬ ਇਹ ਇਮੈਜੀਨੇਸ਼ਨ ਹੈ ਨਾ, ਇਮੈਜੀਨੇਸ਼ਨ ਇਹ ਇੰਨੀ ਇਮੈਜੀਨੇਸ਼ਨ ਕਰਦੇ ਆ ਤਾਂ ਅਸੀਂ ਨਹੀਂ ਕਰ ਸਕਦੇ। ਮਤਲਬ ਜੋ ਵੱਡੇ ਵੱਡੇ ਪੋਇਟ ਹੈ ਜਿਹੜੇ ਕੋਈ 40 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਜਿਹਨੇ ਕੋਈ ਕਿਤਾਬ ਲਿਖਤੀ ਤਾਂ ਉਹ ਹੁਣ ਆਪ ਪਾਸਟ ਵਿੱਚ ਟਾਈਮ ਟਰੈਵਲ ਕਰਕੇ ਆ ਕੇ ਹੱਡ ਬੀਤੀ ਥੋੜਾ ਕਰਕੇ ਆਇਆ ਵੀ ਹਾਂ ਵੀ ਉਹਨੇ ਵੇਖਿਆ ਸੀ ਜੋ ਉਹਨੇ ਲਿਖਤਾ, ਉਹਦੀ ਵੀ ਇਮੈਜੀਨੇਸ਼ਨ ਹੈ, ਉਹਨੇ ਵੀ ਡਾਟਾ ਇਕੱਠਾ ਹੀ ਕੀਤਾ ਹੋਣਾ ਹੈ, ਰਿਸਰਚ ਕੀਤੀ ਹੋਣੀ ਹੈ, ਠੀਕ ਹੈ, ਇਹੀ ਚੀਜ਼ਾਂ ਨਾ। ਤਾਂ ਇਹ ਗੱਲ ਹੈ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ। ਤਾਂ ਇਹ ਗੱਲਾਂ ਤਾਂ ਫਿਰ ਮਤਲਬ ਬਿਲਕੁਲ ਸੱਚ ਹੈ, क्यों नहीं हो सकते हैं, इट कुड बी पॉसिबल। बताया गया है कि चूंटियां आपस में बातें करती हैं, यहाँ तक कि जब वो चूंटियों की वादी पर आए तो एक चूंटी ने कहा, ऐ चूंटियों अपने घरों में दाखिल हो जाओ, कहीं सुलेमान और उनके लश्कर बेखबरी में तुम्हें कुचल न डाले। इस आयत में बताया गया है कि जब हजरत सुलेमान अलैहिस्सलाम इन चूंटियों के पास से गुजरे तो वो चूंटियां आपस में बातें करने लगी। इसी वजह से इस आयत का काफी लोग मजाक उड़ाते हैं कि आखिर चूंटियां आपस में कैसे बात कर सकती हैं। लेकिन साइंस ने फाइनली डिस्कवर कर लिया है कि चूंटियां एक दूसरे के साथ न सिर्फ बातें करती हैं बल्कि वो इंसानों की तरह दूसरी चूंटियों को दफन भी करती हैं और इनमें भी सुपरवाइजर, मैनेजर और वर्कर्स की तरह पोस्ट होती हैं। सीक्रेट नंबर 5। ਵੈਰੀ ਵੈਲ ਡਿਫਾਈਨਡ ਐਂਡ ਆਈ ਥਿੰਕ ਇਟਸ ਟਰੂ। ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਸਾਇੰਸ ਨੇ ਚਲੋ ਦੱਸਤਾ ਆਪਾਂ ਨੂੰ ਇਹ ਚੀਜ਼, ਪਰ ਤੁਸੀਂ ਕਦੇ ਆਪ ਵੀ ਨੋਟ ਕੀਤਾ ਹੀ ਹੋਣਾ ਕਿ ਮੰਨ ਲਓ ਤੁਸੀਂ ਕੁਝ ਮਿੱਠਾ ਰੱਖਿਆ, ਇੱਕ ਕੀੜੀ ਉੱਥੇ ਆਈ, ਉਹ ਕੀੜੀ ਨੇ ਉਹ ਮਿੱਠਾ ਥੋੜਾ ਜਿਹਾ ਸੁੰਘਿਆ ਤੇ ਹਨਾ ਤੇ ਉਹ ਲੈ ਕੇ ਨਹੀਂ ਗਈ, ਉਹ ਵਾਪਸ ਚਲ ਗਈ। ਜਦੋਂ ਵਾਪਸ ਚਲ ਗਈ ਉਹ ਆਪਣੀ ਪੂਰੀ ਫੌਜ ਲੈ ਕੇ ਆ ਰਹੀ ਹੈ ਹੁਣ, ਠੀਕ ਹੈ, ਕਿ ਮੈਂ ਇੱਕ ਚੀਜ਼ ਡਿਸਕਵਰ ਕਰ ਲਈ ਹੈ। ਕਿਉਂਕਿ ਕੀੜੀਆਂ ਦੇ ਵਿੱਚ ਇਹ ਛੋਟੇ ਛੋਟੇ ਜਿਹੜੇ ਜੀਵ ਜੰਤੂ ਹੈ ਨਾ, ਇਹਨਾਂ ਦੇ ਵਿੱਚ ਸਰਵਾਈਵਲ ਹੀ ਸਭ ਤੋਂ ਵੱਡੀ ਗੇਮ ਹੈ। ਤਾਂ ਜਦੋਂ ਇੱਕ ਨੇ ਦੇਖ ਲਿਆ ਨਾ, ਉਹ ਇਹਨਾਂ ਦੀ ਯੂਨਿਟੀ ਹੈ ਜਿਹੜੀ ਟੂਗੈਦਰਨੈਸ, ਉਹ ਸਾਰੇ ਇਕੱਠੇ ਹੋ ਕੇ ਆਏ ਤੇ ਉਹ ਜਿਵੇਂ ਇਹਨਾਂ ਨੇ ਦੱਸਿਆ ਵੀ ਪੋਸਟਾਂ ਵੀ ਹੁੰਦੀਆਂ ਉਹ 'ਚ ਮੰਨ ਸਕਦੇ ਆ ਵੀ, ਕਿਉਂਕਿ ਇਹ ਇੱਕੋ ਲਾਈਨ 'ਚ ਚੱਲਦੀਆਂ, ਇੱਕੋ ਲਾਈਨ 'ਚ ਜੇ ਡਿਸਪਲਿਨ ਹੈ ਤਾਂ ਹੀ ਚੱਲ ਸਕਦੇ ਆ, ਉਹ ਉਸ ਤੋਂ ਬਿਨਾਂ ਨਹੀਂ ਚੱਲ ਸਕਦੇ, ਠੀਕ ਹੈ। ਤਾਂ ਇਟ ਕੁਡ ਬੀ ਪੋਸੀਬਲ। ਇਹ ਤਾਂ ਹੁਣ ਤੁਸੀਂ ਦੇਖੋ ਜਿਹੜੇ ਤੋਤੇ ਆ, ਤੋਤਿਆਂ ਨੂੰ ਤੁਸੀਂ ਸਿਖਾ ਲੈਂਦੇ ਹੋ ਗੱਲਾਂ, ਬੋਲ ਲੈਂਦੇ ਆ ਉਹ, ਹੈ ਨਾ, ਉਹ ਆਪਣੀ ਭਾਸ਼ਾ ਬੋਲ ਲੈਂਦੇ ਆ। ਪਰ ਜਿਹੜੇ ਪਸ਼ੂ ਪੰਛੀ ਹੈ ਕਿ ਇਹਨਾਂ ਦੀ ਤਾਂ ਆਪਸ ਵਿੱਚ ਕਮਿਊਨੀਕੇਟ ਕਰਨ ਲਈ ਇਹਨਾਂ ਦੇ ਵੀ ਆਪਣੇ ਕੁਝ ਸਾਈਨਸ ਹੋਣਗੇ, ਕੁਝ ਲਿੰਕਸ ਹੋਣਗੇ, ਠੀਕ ਹੈ। ਇਹਨਾਂ ਦਾ ਦਿਮਾਗ ਉਸ ਕਦਰ ਤੱਕ ਐਡਵਾਂਸ ਨਹੀਂ ਹੋਇਆ ਜਿਸ ਤਰ੍ਹਾਂ ਇਨਸਾਨਾਂ ਦਾ ਹੋ ਗਿਆ, ਠੀਕ ਹੈ, ਪਰ ਕੁਝ ਹਲਕੇ ਫੁਲਕੇ ਰਿਐਕਸ਼ਨ ਤਾਂ ਇੱਕ ਦੂਜੇ ਨੂੰ ਵੇਖ ਕੇ ਕਰਦੇ ਹੀ ਹੈ, ਠੀਕ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਹਾਂ ਯਾਰ ਇਹ ਵੀ ਗੱਲਾਂ ਕਰਦੇ ਆ, ਯਾਰ ਇਹ ਪੇੜ ਪੌਦੇ ਗੱਲਾਂ ਕਰ ਸਕਦੇ ਆ ਆਪਸ ਵਿੱਚ, ਤੇ ਯਾਰ ਜਾਨਵਰ ਤਾਂ ਫਿਰ उन्होंने नालों कई गुना उत्ते हो मान सकते हैं अपन। कुरान की इस आयत के बारे में बहुत से लोग ये कहते हैं कि कुरान में यहाँ बड़ी गलती की गई है। कुरान की इस सूरा में बताया गया है वो जिसने तुम्हारे लिए जमीन को बिछौना बनाया और तुम्हारे लिए इसमें रास्ते आसान कर दिए। लोग कुरान की इस आयत का गलत मतलब निकाल कर कहते हैं कि कुरान में जमीन को फ्लैट बताया गया है, जबकि इस आयत में कहा गया है कि अल्लाह ने इंसानों के लिए जमीन को कालीन की तरह बिछा दिया है ताकि वो आराम से चल सकें, जो कि हकीकत है। यहाँ जमीन की शक्ल का लफ्ज तो कहीं नहीं आया, न ही ये कहा गया है कि जमीन की शेप फ्लैट है। यहाँ तो इस कॉन्टेक्स्ट में बात की जा रही है कि हमने जमीन को तुम्हारे चलने के लिए कालीन की तरह बिछा दिया है। इसके अलावा कुरान की इस सूरा में अल्लाह एक मिनट जेकर अच्छा एक कई लोगों च ना ये चीज़ चलती है। देखो एक गल समझो, आप इस तो पहला एक जो सीक्रेट देखा सी वो मून वाला, ठीक है, तो वो मून के जोड़े फेसिस बने अलग अलग वो तां ही बने क्योंकि जो अर्थ है वो फ्लैट नहीं है, वो मतलब गोल है, ठीक है, तां ही बने वो मून के फेसिस, नहीं तो बनने नहीं सी, अपन उस तरह नाल दिखने ही नहीं सी। ने फरमाया है कि ऐ सुनने वाले, क्या तूने न देखा कि अल्लाह रात को दिन में दाखिल कर देता है और दिन को रात में दाखिल कर देता है। यहाँ फरमाया गया है कि अल्लाह रात को आहिस्ता आहिस्ता दिन में बदलता है और दिन को आहिस्ता आहिस्ता रात में बदलता है। अगर जमीन चिपटी होती तो ऐसा होना पॉसिबल ही नहीं था। लोग कुरान की इस आयत को कोट करके इसका गलत मतलब निकालते हैं और झूठ बोलते हैं। सीक्रेट नंबर 6, कुरान की इस आयत में बताया गया है कि आज से हजारों साल पहले लोग ठोड़ी के बल सजदा करते थे, जिसके बारे में लोगों का कहना था कि कुरान में यहाँ गलती की गई है। ये है वो कुरान की आयत, वो ठोड़ी के बल सजदे में गिर पड़ते हैं। इस आयत में बयान किया है कि लोग अपनी ठोड़ी के बल सजदा करते थे, लेकिन इसे झूठा कहने वालों का मानना था कि लोग हमेशा से सिर के बल सजदा करते थे, न कि ठोड़ी के बल। लेकिन जैसा कि अल्लाह ने कुरान में फरमाया है कि यह कुरान हमने उतारा है और हम ही इसकी हिफाजत करेंगे। इसके बाद आर्कियोलॉजिस्ट्स को इजिप्ट में ऐसी फाइंडिंग्स मिली जिससे ये प्रूव हो गया कि एंशिएंट टाइम में लोग ठोड़ी के बल सजदा करते थे। इसी तरह अल्लाह ने इन लोगों को झूठा साबित कर दिया। सीक्रेट नंबर 7, क्लाइमेट चेंज की वजह से हमारी जमीन की काफी लैंड कम होती जा रही है।
ऐसा प्रिडिक्ट किया जा रहा है कि आने वाले कुछ डिकेड्स में दुनिया के 20 आइलैंड्स डिसअपियर हो जाएंगे, क्योंकि क्लाइमेट चेंज की वजह से सी लेवल इंक्रीज हो रहा है, जिसकी वजह से जमीन का हिस्सा पानी में डूबता चला जा रहा है। कुरान में इसी को बयान किया गया है। क्या ये काफिर देखते नहीं कि हम हर तरफ से इनकी जमीन कम कर रहे हैं और अल्लाह हुक्म फरमाता है, इसके हुक्म को कोई पीछे करने वाला नहीं और वो बहुत जल्द हिसाब ले लेता है। सीक्रेट नंबर 8, ये पहाड़ जितने ऊंचे दिखाई देते हैं इतने ही ये जमीन में धंसे होते हैं। ये पहाड़ जमीन को स्टेबल रखते हैं। अगर जमीन पर पहाड़ ना होते तो इस दुनिया में लाइफ कब की खत्म हो चुकी होती, क्योंकि हमारी जमीन हर वक्त मूव करती है और ये पहाड़ ग्रेविटेशनल पेग्स की तरह जमीन की रोटेशन को स्टेबल करते हैं जब जमीन ऑर्बिट करती है। यही सब कुरान में एक्सप्लेन किया गया है। और हमने जमीन में पहाड़ बनाए ताकि लोगों के बोझ से हिलने और झुकने न लगे, और इसमें खुले रास्ते बनाए ताकि लोग इन पर चलें। सीक्रेट नंबर 9, जुलाई 1799 को रोजेटा स्टोन को डिस्कवर किया गया, जो कि ऑलमोस्ट 196 BC तक पुराना था। इस पत्थर पर फिरौन के बारे में कुछ लिखा था। आसमान तेरे लिए रोता है, जमीन आपके लिए कांपती है जब आप सुबह के एक सितारे की तरह आसमान पर चढ़ते हैं। यहाँ फिरौन की तारीफ की गई है और ये सारी बातें फिरौन के बारे में कही गई हैं, यानी कि फिरौन की मौत के बाद उसके लिए आसमान और जमीन रोने लगे और वो एक सितारे की तरह आसमान का एक सितारा बन गया। लेकिन अल्लाह ने आज से 1400 साल पहले ही इस झूठी तारीफ का जवाब दे दिया है। फिर इन पर न तो आसमान को और जमीन को रोना आया और न इनको मोहलत ही दी गई। सीक्रेट नंबर 10, कुरान की एक ऐसी प्रिडिक्शन है जो कि आज से 1400 साल पहले ही पूरी हो चुकी थी, और ये प्रिडिक्शन रोमन एम्पायर के बारे में थी। आज से 1400 साल पहले रोमन्स हार चुके थे और इस वक्त रोमन एम्पायर का इतना बुरा हाल हो चुका था कि कोई सोच भी नहीं सकता था कि रोमन एम्पायर कुछ ही सालों में पर्शियन एम्पायर से दोबारा जीत पाएगी। और इसी वक्त कुरान में ये आयत नाजिल हुई जिसमें बताया गया है कि आज चाहे रोमन्स हार चुके हैं लेकिन करीब है कि वो दोबारा जीत जाएंगे। उस वक्त यहूदियों ने इस बात का काफी मजाक उड़ाया, लेकिन हमेशा की तरह कुरान सच निकला और आज हिस्ट्री की किताबों में ये दर्ज है कि रोमन्स दोबारा फिर जीत गए। कुरान दुनिया की सारी किताबों से अलग है क्योंकि बाकी किताबें इंसानों ने लिखी हैं, लेकिन कुरान एक ऐसी किताब है जिसे अल्लाह ने लिखा है और कुरान के ये सारे राज इस बात का सबूत हैं। कितनी कमाल की बात है ना कि हमारे पास अल्लाह की दी हुई किताब है। ये तो कुरान के कुछ ही राज थे। अगर आप कुरान में छिपे और राज जानना चाहते हो तो आई बटन या डिस्क्रिप्शन ओके जैसे कि एक वीडियो बा कमाल वीडियो एंड काफ़ी ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ। ਹੋਰ ਵੀ ਕੁਝ ਵੀਡੀਓਜ਼ ਹੈਗੀਆਂ, ਜੇ ਤੁਸੀਂ ਕਹੋ ਤਾਂ ਆਪਾਂ ਇਹ ਜਿਹੜੇ ਸੀਕ੍ਰੇਟਸ ਆ ਤੁਹਾਡੇ ਅੱਗੇ ਰੱਖਾਂਗੇ। ਇਹ ਐਂਡ ਤੇ ਆਪਾਂ ਦੇਖੇ ਨਾ ਇਸ ਵੀਡੀਓ 'ਚ, ਤੇ ਆਪਾਂ ਮੈਥ ਵਾਲੇ ਕੁਝ ਜਿਹੜੇ ਫੈਕਟਸ ਆ ਉਹ ਵੀ ਮੈਥਮੈਟਿਕ ਫੈਕਟਸ ਜਿਹੜੇ ਉਹ ਵੀ ਆਪਾਂ ਦੇਖੇ ਹੋਏ ਆ, ਤੇ ਕੁਝ 12 ਕੁਰਾਨ ਹਿਡਨ ਪੈਟਰਨਸ ਹੈ, ਇੱਕ 21 ਕੁਰਾਨ ਸੀਕ੍ਰੇਟਸ ਹੈ, ਇੱਕ 17 ਕੁਰਾਨ ਸੀਕ੍ਰੇਟਸ ਹੈ। ਸੋ ਇਹ ਵੀਡੀਓਜ਼ 3 ਵੀਡੀਓਜ਼ ਹੋਰ ਹੈਗੀਆਂ, ਜੇ ਕਹੋ ਤਾਂ ਮੈਨੂੰ ਥੱਲੇ ਕਮੈਂਟ ਕਰਕੇ ਦੱਸਿਓ, ਆਪਾਂ ਇਹਨਾਂ ਦੇ ਵੀ ਰਿਐਕਟ ਕਰਾਂਗੇ। ਐਂਡ ਇਨ ਬਿਟਵੀਨ ਆਪਾਂ ਗੱਲਾਂ ਕੀਤੀਆਂ ਸਾਰੀਆਂ, ਹੈ ਨਾ, ਕਿ ਦੇਖੋ ਇਹ ਚੀਜ਼ਾਂ ਪੋਸੀਬਲ ਹੋ ਸਕਦੀਆਂ। ਇਹ ਸੀ ਅੱਜ ਇੱਕ ਵੀਡੀਓ, ਮੈਨੂੰ ਤਾਂ ਬਹੁਤ ਵਧੀਆ ਲੱਗੀ, ਕਾਫੀ ਕੁਝ ਜਾਣਨ ਦਾ ਮੌਕਾ ਮਿਲਿਆ, ਹੈ ਨਾ। ਐਜ਼ ਅ ਨੌਨ ਮੁਸਲਿਮ ਮੈਂ ਇਸ ਚੀਜ਼ ਦੀ ਰਿਸਪੈਕਟ ਕਰਦਾ, ਠੀਕ ਹੈ। ਮਤਲਬ ਹੋ ਸਕਦਾ ਕਈ ਗੱਲਾਂ ਮੈਨੂੰ ਲੱਗਿਆ ਹੋਵੇ ਕਿ ਨਹੀਂ ਇੱਦਾਂ ਥੋੜ੍ਹਾ ਹੁੰਦਾ, ਪਰ ਮੈਂ ਫਿਰ ਰਿਸਪੈਕਟ ਕਰਦਾ। ਮੈਂ ਮੰਨਦਾ ਕਿ ਯਾਰ ਚਲੋ ਉਹਨਾਂ ਦਾ ਕਾਇਦਾ, ਉਹਨਾਂ ਦਾ ਇੱਕ ਤਰੀਕਾ ਇਹਨਾਂ ਚੀਜ਼ਾਂ ਨੂੰ ਮੰਨਣ ਦਾ, ਹੈ ਨਾ। ਮੇਰਾ ਕੁਛ ਹੋਰ ਹੋ ਸਕਦਾ, ਪਰ ਮੈਂ ਕਿੰਤੂ ਪਰੰਤੂ ਨਹੀਂ ਕਰਦਾ ਹੁੰਦਾ ਕਿਸੇ ਵੀ ਚੀਜ਼ 'ਤੇ, ਹੈ ਨਾ। ਤਾਂ ਇਹ ਇੱਕ ਮੇਰੇ ਖਿਆਲ ਇਹ ਇੱਕ ਵੇ ਹੈ ਯਾਰ ਜ਼ਿੰਦਗੀ ਨੂੰ ਜਿਉਣ ਦਾ, ਸਾਰਿਆਂ ਦੇ ਨਾਲ ਭਾਈਚਾਰਕ ਸਾਂਝ ਰੱਖਣ ਦਾ, ਠੀਕ ਹੈ। ਸੋ ਇਹੀ ਅੱਜ ਦੀ ਇੱਕ ਵੀਡੀਓ ਸੀ ਜਿਹੜੀ ਕਿ ਬਹੁਤ ਹੀ ਵਧੀਆ ਸੀਗੀ। ਤੁਹਾਨੂੰ ਕਿੱਦਾਂ ਲੱਗੀ ਥੱਲੇ ਕਮੈਂਟ ਕਰਕੇ ਦੱਸਿਓ, ਆਪਦੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਦਿਓ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ। ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ। ਪੰਜਾਬੀ ਰੀਅਲ